ਰਿਸ਼ਤਿਆਂ ਨੂੰ ਸਾਂਭ ਕੇ ਰੱਖਣਾ ਜ਼ਰੂਰੀ ਏ। ਦਿਲ ਵਿੱਚ ਗੁੱਸਾ ਹੋਵੇ ਦੱਸਣਾ ਜ਼ਰੂਰੀ ਏ। ਚੁੱਪਚਾਪ ਵੱਟ ਕੇ ਨਾ ਦਿਲ ਵਿੱਚ ਰੱਖੀਏ, ਗੁੱਸੇ ਨਾਲੋਂ ਭੈੜੀ ਹੁੰਦੀ ਮਗਰੂਰੀ ਏ। ਸਤਿ ਸ਼੍ਰੀ ਅਕਾਲ ਜੀ, ਮੈਂ ਤੇਜਿੰਦਰ ਚੋਪੜਾ ਅੱਜ ਲੈ ਕੇ ਆਇਆ ਤੁਹਾਡੇ ਲਈ ਇੱਕ ਨਵੀਂ ਕਹਾਣੀ ਇੱਕ ਸਵਾਮੀ ਜੀ ਦੀ ਹੈ, ਜੋ ਇੱਕ ਪਿੰਡ ਦੇ ਵਿੱਚ ਆਉਂਦੇ ਨੇ ਔਰ ਆਪਣਾ ਸਤਸੰਗ ਸ਼ੁਰੂ ਕਰਦੇ ਨੇ। ਪਿੰਡ ਦੇ ਵਾਸੀ ਜਿਹੜੇ ਸਨ, ਪਿੰਡ ਦੇ ਲੋਕ ਸਨ, ਹੁਮ ਹੁਮਾ ਕੇ ਉਹਨਾਂ ਦੇ ਸਤਸੰਗ ਦੇ ਵਿੱਚ ਪਹੁੰਚਦੇ ਸਨ ਔਰ ਉਹਨਾਂ ਦੇ ਸਤਸੰਗ ਨੂੰ ਬੜੇ ਇੰਟਰਸਟ ਦੇ ਨਾਲ, ਬੜੀ ਹੀ ਰੁਚੀ ਦੇ ਨਾਲ ਸੁਣਦੇ ਸੀ। ਇੱਕ ਵਾਰ ਟੌਪਿਕ ਸੀ ਜਿਹੜਾ ਉਹਨਾਂ ਦਾ ਸਤਸੰਗ ਦਾ ਚੱਲ ਰਿਹਾ ਸੀ ਗੁੱਸੇ ਦੇ ਉੱਤੇ, ਔਰ ਉਹ ਗੁੱਸੇ ਦੇ ਉੱਤੇ ਸਵਾਮੀ ਜੀ ਬੋਲ ਰਹੇ ਸੀ, ਕਹਿ ਰਹੇ ਸੀ ਕਿ ਗੁੱਸਾ ਜਿਹੜਾ ਹੈ ਇਨਸਾਨ ਨੂੰ ਖਾ ਜਾਂਦਾ ਹੈ। ਗੁੱਸਾ ਇੰਨਾ ਘਾਤਕ ਹੁੰਦਾ ਹੈ ਜਿਵੇਂ ਕਿ ਕਿਸੇ ਕੱਪੜੇ ਨੂੰ ਕੋਈ ਕੀੜਾ ਖਾ ਜਾਂਦਾ ਹੈ, ਇਸ ਤਰ੍ਹਾਂ ਹੀ ਗੁੱਸਾ ਜਿਹੜਾ ਇਨਸਾਨ ਨੂੰ ਖਾ ਜਾਂਦਾ ਹੈ। ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਔਰ ਗੁੱਸੇ ਦੇ ਨਾਲ ਰਿਸ਼ਤੇ ਟੁੱਟਦੇ ਨੇ, ਗੁੱਸੇ ਦੇ ਨਾਲ ਰਿਸ਼ਤਿਆਂ ਦੇ ਵਿੱਚ ਤਰੇੜਾਂ ਆਉਂਦੀਆਂ ਨੇ, ਗੁੱਸੇ ਦੇ ਨਾਲ ਰਿਸ਼ਤਿਆਂ ਦੇ ਵਿੱਚ ਜਿਹੜਾ ਹੈ ਆਪਸੀ ਮੇਲ ਮਿਲਾਪ ਘਟਦਾ ਹੈ। ਇਸ ਟੌਪਿਕ ਤੇ ਸਤਸੰਗ ਚੱਲ ਰਿਹਾ ਸੀਗਾ ਔਰ ਕਾਫੀ ਲੰਮੇ ਸਮੇਂ ਤੋਂ ਸਵਾਮੀ ਜੀ ਇਸ ਟੌਪਿਕ ਤੇ ਬੋਲ ਰਹੇ ਸਨ। ਔਰ ਜਦੋਂ ਗੁੱਸੇ ਤੇ ਕਥਾ ਚੱਲ ਰਹੀ ਸੀ, ਉਸ ਕਥਾ ਦੇ ਦੌਰਾਨ ਕੋਈ ਇੱਕ ਸ਼ਰਧਾਲੂ ਸਾਹਮਣੇ ਬੈਠਾ ਸੀ ਔਰ ਉਸਨੇ ਇੱਕ ਪ੍ਰਸ਼ਨ ਪੁੱਛਿਆ ਸਵਾਮੀ ਜੀ ਤੋਂ, ਇਹ ਜਿਹੜਾ ਤੁਹਾਡਾ ਕਰਮੰਡਲ ਹੈ ਇਹ ਪਿੱਤਲ ਦਾ ਕਿ ਸੋਨੇ ਦਾ ਹੈ? ਸਵਾਮੀ ਜੀ ਨੇ ਕਿਹਾ, ਬੇਟਾ ਇਹ ਪਿੱਤਲ ਦਾ ਹੈ, ਸੋਨੇ ਦਾ ਸਾਡੇ ਕੋਲ ਫਕੀਰਾਂ ਕੋਲ ਕਿੱਥੇ। ਕਥਾ ਫੇਰ ਚੱਲਦੀ ਗਈ, ਉਹੀ ਟੌਪਿਕ, ਗੁੱਸਾ ਨਹੀਂ ਕਰਨਾ ਚਾਹੀਦਾ। ਗੁੱਸੇ ਤੇ ਗੱਲਬਾਤ ਚੱਲ ਰਹੀ ਹੈ ਔਰ ਸਭਾ ਦੇ ਵਿੱਚ ਬੈਠੇ, ਸੰਗਤ ਵਿੱਚ ਬੈਠੇ ਲੋਕ ਬੜੀ ਹੀ ਰੁਚੀ ਦੇ ਨਾਲ ਸਵਾਮੀ ਜੀ ਦੀ ਕਥਾ ਸੁਣ ਰਹੇ ਨੇ। ਉਹ ਵਿਅਕਤੀ ਫਿਰ ਖੜਾ ਹੁੰਦਾ ਹੈ, ਫਿਰ ਉਹੀ ਪ੍ਰਸ਼ਨ, ਸੇਮ ਪ੍ਰਸ਼ਨ ਲੈ ਕੇ ਖੜਾ ਹੁੰਦਾ ਹੈ ਕਿ ਸਵਾਮੀ ਜੀ ਇਹ ਕਰਮੰਡਲ ਪਿੱਤਲ ਦਾ ਹੈ ਕਿ ਸੋਨੇ ਦਾ ਹੈ? ਉਹ ਕਹਿੰਦੇ, ਬੇਟਾ ਇਹ ਪਿੱਤਲ ਦਾ ਹੈ, ਸੋਨੇ ਦਾ ਸਾਡੇ ਕੋਲ ਕਿੱਥੇ। ਲੇਕਿਨ ਥੋੜੀ ਦੇਰ ਬਾਅਦ ਕਥਾ ਚੱਲਦੀ ਹੈ, ਉਹ ਸ਼ਖਸੀਅਤ ਫੇਰ ਖੜੀ ਹੋ ਜਾਂਦੀ ਹੈ, ਉਹ ਵਿਅਕਤੀ ਫੇਰ ਖੜਾ ਹੋ ਜਾਂਦਾ ਹੈ ਅਤੇ ਫੇਰ ਪੁੱਛਦਾ ਹੈ ਕਿ ਇਹ ਕਰਮੰਡਲ ਪਿੱਤਲ ਦਾ ਕਿ ਸੋਨੇ ਦਾ। ਇਸ ਵਾਰ ਤਾਂ ਸਵਾਮੀ ਜੀ ਨੂੰ ਥੋੜਾ ਜਿਹਾ ਗੁੱਸਾ ਵੀ ਆਉਂਦਾ ਹੈ ਔਰ ਉਹ ਕਹਿੰਦੇ ਨੇ, ਬੇਟਾ ਤੁਸੀਂ ਕਥਾ ਨੂੰ ਡਿਸਟਰਬ ਕਰ ਰਹੇ ਹੋ, ਬਾਰ-ਬਾਰ ਇਸ ਨੂੰ ਰੋਕ ਰਹੇ ਹੋ। ਮੈਂ ਦੱਸ ਰਿਹਾ ਕਿ ਇਹ ਪਿੱਤਲ ਦਾ ਸੋਨੇ ਦਾ ਨਹੀਂ ਹੈ। ਇੱਕ ਵਾਰੀ ਤੈਨੂੰ ਦੱਸਤਾ ਇਹ ਪਿੱਤਲ ਦਾ ਸੋਨੇ ਦਾ ਨਹੀਂ ਹੈ। ਕਥਾ ਚੱਲ ਰਹੀ ਹੈ, ਉਹ ਵਿਅਕਤੀ ਫੇਰ ਖੜਾ ਹੋ ਜਾਂਦਾ, ਕਹਿੰਦਾ ਜੀ ਮੈਂ ਤਾਂ ਭੁੱਲ ਜਾਂਦਾ ਜੀ, ਮੈਨੂੰ ਇਸ ਵਾਰੀ ਦੱਸ ਦਿਓ, ਬਸ ਫਾਈਨਲ ਦੱਸ ਦਿਓ ਕਿ ਪਿੱਤਲ ਦਾ ਕਿ ਸੋਨੇ ਦਾ। ਔਰ ਇਸ ਵਾਰ ਸਵਾਮੀ ਜੀ ਨੂੰ ਕਾਫੀ ਗੁੱਸਾ ਆਇਆ ਤੇ ਉਹਨਾਂ ਨੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਤੇ ਡਾਂਟਿਆ ਕਿ ਇਹ ਸੋਨੇ ਦਾ ਨਹੀਂ ਹੈ, ਪਿੱਤਲ ਦਾ ਹੈ। ਮੈਂ ਤੈਨੂੰ ਕਿੰਨੀ ਵਾਰੀ ਕਹਿਤਾ ਇਹ ਪਿੱਤਲ ਦਾ ਹੈ, ਸੋਨੇ ਦਾ ਨਹੀਂ ਹੈ, ਔਰ ਹੁਣ ਬਾਰ-ਬਾਰ ਮੈਨੂੰ ਡਿਸਟਰਬ ਨਾ ਕਰੀ, ਵਿੱਚ ਨਾ ਮੇਰੀ ਕਥਾ ਨੂੰ ਰੋਕੀ। ਕਥਾ ਚੱਲ ਰਹੀ ਹੈ, ਗੁੱਸਾ ਨਹੀਂ ਕਰਨਾ ਚਾਹੀਦਾ। ਗੁੱਸਾ ਇਨਸਾਨ ਨੂੰ ਖਾ ਜਾਂਦਾ ਹੈ, ਗੁੱਸਾ ਰਿਸ਼ਤਿਆਂ ਨੂੰ ਖਤਮ ਕਰ ਦਿੰਦਾ ਹੈ। ਬੜੇ ਰੁਚੀ ਦੇ ਨਾਲ ਸਾਰੀ ਸੰਗਤ ਉਸ ਨੂੰ ਸੁਣ ਰਹੀ ਹੈ, ਸਾਰੇ ਪਿੰਡ ਦੇ ਲੋਕ ਉਸ ਨੂੰ ਸੁਣ ਰਹੇ ਨੇ। ਉਹ ਵਿਅਕਤੀ ਫੇਰ ਖੜਾ ਹੋ ਜਾਂਦਾ, ਉਹ ਕਹਿੰਦਾ ਜੀ ਇਹ ਕਰਮੰਡਲ ਸੋਨੇ ਦਾ ਕਿ ਪਿੱਤਲ ਦਾ? ਮੈਂ ਕਹਿੰਦਾ ਭੁੱਲ ਜਾਣਾ ਜੀ, ਬੜਾ ਭੁਲੱਕੜ ਹੈ, ਬਸ ਮੈਨੂੰ ਅੰਤਿਮ ਵਾਰ ਦੱਸ ਦਿਓ ਕਿ ਸੋਨੇ ਦਾ ਕਿ ਪਿੱਤਲ ਦਾ। ਇਸ ਵਾਰ ਸਵਾਮੀ ਜੀ ਨੇ ਕਰਮੰਡਲ ਬਹੁਤ ਜ਼ੋਰ ਦੀ ਉਹਦੇ ਮੱਥੇ ਤੇ ਮਾਰਿਆ ਤੇ ਕਿਹਾ, ਕਿੰਨੀ ਵਾਰੀ ਤੈਨੂੰ ਕਿਹਾ ਕਿ ਇਹ ਪਿੱਤਲ ਦਾ ਹੈ, ਸੋਨੇ ਦਾ ਨਹੀਂ ਹੈ। ਤੂੰ ਬਾਰ-ਬਾਰ ਮੇਰੀ ਕਥਾ ਨੂੰ ਡਿਸਟਰਬ ਕਰ ਰਿਹਾ ਹੈ, ਬਾਰ-ਬਾਰ ਜਿਹੜਾ ਕਥਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਵਿਅਕਤੀ ਦੇ ਮੱਥੇ ਤੇ ਜਿਹੜਾ ਹੈ ਖੂਨ ਚੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਸਵਾਮੀ ਜੀ ਦੀ ਕਥਾ ਗੁੱਸੇ ਦੇ ਖਿਲਾਫ ਜਾਰੀ ਰਹਿੰਦੀ ਹੈ। ਤਾਂ ਇਸ ਕਹਾਣੀ ਦੇ ਵਿੱਚੋਂ ਇੱਕ ਨਿਚੋੜ ਨਿਕਲਦਾ ਹੈ, ਇੱਕ ਸਿੱਟਾ ਨਿਕਲਦਾ ਹੈ ਕਿ ਗੁੱਸਾ ਇੱਕ ਨੇਚਰਲ ਚੀਜ਼ ਹੈ ਜਿਸ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। ਜਿਵੇਂ ਪ੍ਰੈਸ਼ਰ ਕੁੱਕਰ ਦੇ ਵਿੱਚ ਅਸੀਂ ਦੇਖਦੇ ਹਾਂ ਇੱਕ ਸੀਟੀ ਹੁੰਦੀ ਹੈ, ਇੱਕ ਵਿਸਲ ਹੁੰਦੀ ਹੈ। ਜੇਕਰ ਉਹ ਵਿਸਲ ਨਾ ਹੋਵੇ ਤਾਂ ਸ਼ਾਇਦ ਉਹ ਜਿਹੜੀ ਭਾਫ਼ ਪ੍ਰੈਸ਼ਰ ਕੁੱਕਰ 'ਚ ਇਕੱਠੀ ਹੋ ਜਾਂਦੀ ਹੈ, ਉਹ ਇੰਨੀ ਜ਼ਿਆਦਾ ਪ੍ਰੈਸ਼ਰ ਬਣ ਜਾਵੇ ਤਾਂ ਉਹ ਫਟ ਵੀ ਸਕਦਾ ਹੈ। ਇਨਸਾਨ ਵੀ ਇਸ ਤਰ੍ਹਾਂ ਜੇਕਰ ਆਪਣੇ ਗੁੱਸੇ ਨੂੰ ਦਿਲ ਦੇ ਵਿੱਚ ਸਮਾ ਕੇ ਰੱਖੇਗਾ ਤਾਂ ਉਹ ਫਟ ਸਕਦਾ ਹੈ। ਉਹ ਆਪਣੇ ਜ਼ਿਹਨ ਦੇ ਉੱਤੇ ਉਸ ਗੁੱਸੇ ਨੂੰ ਇੰਨਾ ਬਿਠਾ ਲਏਗਾ ਕਿ ਉਹ ਪਾਗਲ ਤੱਕ ਵੀ ਹੋ ਸਕਦਾ ਹੈ। ਰਿਸ਼ਤਿਆਂ ਨੂੰ ਬਚਾਉਣ ਦੇ ਲਈ ਜੇਕਰ ਸਾਨੂੰ ਕਿਸੇ ਗੱਲ ਤੇ ਗੁੱਸਾ ਆਉਂਦਾ ਹੈ ਔਰ ਜੇਕਰ ਉਹ ਸਾਡਾ ਗੁੱਸਾ ਜਾਇਜ਼ ਹੈ ਤਾਂ ਸਾਨੂੰ ਗੁੱਸਾ ਕਰ ਵੀ ਲੈਣਾ ਚਾਹੀਦਾ ਹੈ, ਕਿਉਂਕਿ ਸਾਹਮਣੇ ਵਾਲੇ ਨਾਲ ਜਦੋਂ ਅਸੀਂ ਗੁੱਸਾ ਕਰਾਂਗੇ ਤੇ ਸਾਹਮਣੇ ਵਾਲਾ ਵੀ ਆਪਣਾ ਗੁੱਸਾ ਕਿਸੇ ਨਾ ਕਿਸੇ ਤਰੀਕੇ ਜ਼ਾਹਿਰ ਕਰੇਗਾ। ਹੋ ਸਕਦਾ ਹੈ ਉਹ ਵੀ ਕੋਈ ਆਪਣੀ ਗੱਲ ਕਹੇ ਜਿਸ ਨਾਰਾਜ਼ਗੀ ਵਾਲੀ, ਜਿਸ ਤੋਂ ਨਾਰਾਜ਼ ਹੋਵੇ,
ਤਾਂ ਇਸ ਤਰ੍ਹਾਂ ਰਿਸ਼ਤੇ ਬਚ ਸਕਦੇ ਨੇ। ਮੇਰਾ ਮੰਨਣਾ ਹੈ ਇਹ ਗੱਲ ਸੱਚ ਹੈ ਕਿ ਜੇਕਰ ਅਸੀਂ ਕਿਸੇ ਤੇ ਗੁੱਸਾ ਕਰ ਲੈਂਦੇ ਹਾਂ ਔਰ ਆਪਣਾ ਗੁੱਸਾ ਜ਼ਾਹਰ ਕਰ ਦਿੰਦੇ ਹਾਂ ਤਾਂ ਕਮਿਊਨੀਕੇਸ਼ਨ ਸਟਾਰਟ ਹੁੰਦੀ ਹੈ, ਗੱਲਬਾਤ ਸਟਾਰਟ ਹੁੰਦੀ ਹੈ, ਰੁੱਸਣਾ ਤੇ ਮਨਾਉਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਰੁੱਸਣਾ ਤੇ ਮਨਾਉਣ ਦਾ ਦੌਰ ਸ਼ੁਰੂ ਹੁੰਦਾ ਹੈ ਤਾਂ ਰਿਸ਼ਤਿਆਂ ਦੇ ਵਿੱਚ ਹੋਰ ਮਧੁਰਤਾ ਆਉਂਦੀ ਹੈ, ਹੋਰ ਪਿਆਰ ਆਉਂਦਾ ਹੈ। ਪਰ ਦੂਜੇ ਪਾਸੇ ਦੇਖੀਏ, ਜੇਕਰ ਅਸੀਂ ਚੁੱਪ ਵੱਟ ਕੇ ਰੱਖੀਏ, ਉਸ ਗੁੱਸੇ ਨੂੰ ਜ਼ਾਹਰ ਨਾ ਕਰੀਏ, ਸਾਹਮਣੇ ਵਾਲੇ ਤੇ ਚੁੱਪ ਵੱਟ ਕੇ ਰੱਖੀਏ, ਤਾਂ ਕੀ ਹੋਏਗਾ? ਤਾਂ ਉਹ ਸਾਡੇ ਜ਼ਿਹਨ ਦੇ ਵਿੱਚ ਰਹੇਗਾ। ਅਸੀਂ ਚੁੱਪ ਵੱਟ ਕੇ ਰੱਖਾਂਗੇ, ਰਿਸ਼ਤੇ ਟੁੱਟ ਜਾਣਗੇ, ਕਮਿਊਨੀਕੇਸ਼ਨ ਬੰਦ ਹੋ ਜਾਏਗੀ, ਗੱਲਬਾਤ ਬੰਦ ਹੋ ਜਾਏਗੀ। ਦੇਖਣ 'ਚ ਆਇਆ ਕਿ ਕਈ ਸਾਲਾਂ ਬੱਧੀ ਲੋਕੀ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ, ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਨਹੀਂ ਹੁੰਦੇ। ਤਾਂ ਮੇਰੀ ਇਸ ਕਹਾਣੀ ਦਾ ਸੰਦੇਸ਼ ਇਹੀ ਹੈ ਕਿ ਗੁੱਸਾ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਜੇਕਰ ਅਸੀਂ ਰਿਸ਼ਤਿਆਂ ਨੂੰ ਬਚਾਉਣਾ ਹੈ ਤਾਂ ਜਾਇਜ਼ ਥਾਂ ਤੇ ਗੁੱਸਾ ਕਰਨ ਨਾਲ ਰਿਸ਼ਤੇ ਬਚ ਸਕਦੇ ਹਨ, ਮਧੁਰਤਾ ਆ ਸਕਦੀ ਹੈ, ਪਿਆਰ ਫਿਰ ਤੋਂ ਬਹਾਲ ਹੋ ਸਕਦਾ ਹੈ। ਪਰ ਚੁੱਪ ਰਹਿ ਕੇ ਹਮੇਸ਼ਾ ਰਿਸ਼ਤੇ ਟੁੱਟਦੇ ਨੇ। ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦਾ ਤੁਸੀਂ ਇਸ ਕਹਾਣੀ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ। ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲੈ ਕੇ ਫਿਰ ਹਾਜ਼ਰ ਹੋਵਾਂਗਾ। ਉਦੋਂ ਤੱਕ ਮੈਨੂੰ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ, ਸ਼ਬਾ ਖੈਰ।